ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਧ ਸੰਗਤ ਜੀ, ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜ਼ਿਆਦਾ ਸਵਾਗਤ ਹੈ। ਸੰਗਤ ਜੀ, ਦੋਵੇਂ ਹੱਥ ਜੋੜ ਕੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਕੁਦਰਤ ਗਿਆਨ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਸੰਗਤ ਜੀ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਅਸੀਂ ਹਰ ਰੋਜ਼ ਆਪ ਜੀ ਦੇ ਨਾਲ ਗੁਰਬਾਣੀ ਦੇ ਨਾਲ ਸੰਬੰਧਿਤ ਸਾਖੀਆਂ ਲੈ ਕੇ ਆਉਂਦੇ ਹਾਂ। ਅਤੇ ਜਿਹੜੀ ਸਾਖੀ ਤੁਸੀਂ ਅੱਜ ਸਰਵਣ ਕਰਨ ਜਾ ਰਹੇ ਹੋ, ਉਹ ਸਾਖੀ ਇਹ ਹੈ ਕਿ ਕਿਸ ਤਰ੍ਹਾਂ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਜਿਨ੍ਹਾਂ ਨੇ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ, ਅਤੇ ਕਿਸ ਤਰ੍ਹਾਂ ਇਹ ਪਵਿੱਤਰ ਇਲਾਹੀ ਗੁਰਬਾਣੀ ਕਲਯੁਗ ਤੋਂ ਸਾਡੀ ਰੱਖਿਆ ਕਰਦੀ ਹੈ। ਸੰਗਤ ਜੀ, ਧਿਆਨ ਨਾਲ ਇਸ ਸਾਖੀ ਨੂੰ ਸੁਣਨਾ ਅਤੇ ਕੋਸ਼ਿਸ਼ ਕਰਨਾ ਕਿ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ, ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਦੇ ਵਿੱਚ ਸਤਿਨਾਮ ਸ਼੍ਰੀ ਵਾਹਿਗੁਰੂ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ੁਕਰਾਨਾ ਲਿਖਣਾ ਨਾ ਭੁੱਲਣਾ। ਸੰਗਤ ਜੀ, ਆਪਾਂ ਸਾਖੀ ਸ਼ੁਰੂ ਕਰਦੇ ਹਾਂ। ਗੁਰੂ ਜੀ ਦੀ ਸੰਗਤ ਜੀ, ਇਹ ਜੋ ਸਮਾਂ ਚੱਲ ਰਿਹਾ ਹੈ, ਘੋਰ ਭਿਆਨਕ ਕਲਯੁਗ ਦਾ ਚੱਲ ਰਿਹਾ ਹੈ। ਕਲਯੁਗ ਦੇ ਲੱਛਣ ਵੱਧ ਰਹੇ ਹਨ। ਜਿਵੇਂ ਕਿ ਇੱਕ ਮਿਸਾਲ ਹੈ, ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ, ਉਸ ਕੋਲੋਂ ਸਾਰੇ ਡਰਦੇ ਹਨ, ਕਿਉਂਕਿ ਰਾਜਾ ਤਾਂ ਜੋ ਚਾਹੇ ਉਹੀ ਕਰ ਸਕਦਾ ਹੈ, ਜਿਹੜਾ ਮਰਜ਼ੀ ਚਾਹੇ ਕਾਨੂੰਨ ਬਣਾ ਸਕਦਾ ਹੈ, ਜਿਸ ਨੂੰ ਚਾਹੇ ਫਾਂਸੀ ਲਗਵਾ ਸਕਦਾ ਹੈ, ਪੂਰੀ ਤਾਕਤ ਦਾ ਮਾਲਕ ਹੁੰਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਯੁੱਗ ਜਾ ਰਿਹਾ ਹੈ, ਇਸ 'ਤੇ ਕਲਯੁਗ ਦਾ ਰਾਜ ਹੈ। ਪਹਿਲੇ ਸਤਯੁਗ, ਫਿਰ ਤ੍ਰੇਤਾ, ਫਿਰ ਦੁਆਪਰ ਅਤੇ ਹੁਣ ਕਲਯੁਗ ਦਾ ਰਾਜ ਹੈ, ਕਿਉਂਕਿ ਉਹ ਰਾਜਾ ਹੈ। 5 ਇਸ ਦੇ ਜਰਨੈਲ ਹਨ: ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਅਤੇ ਆਲਸ, ਨੀਂਦਰ, ਦਵੈਸ਼, ਈਰਖਾ, ਚੁਗਲੀ, ਦਲਿਦਰੀ, ਬੁਰਾ ਸੋਚਣਾ ਅਤੇ ਹੋਰ ਇਹ ਸਾਰੀਆਂ ਇਸ ਦੀਆਂ ਫੌਜਾਂ ਹਨ। ਪਰ ਜੇ ਸੁਖਮਨੀ ਸਾਹਿਬ ਜੀ ਦੀ ਵਾੜ ਲੱਗੀ ਹੋਵੇ, ਤਾਂ ਇਸ ਦੇ ਅੱਗੇ ਕਲਯੁਗ, ਉਸ ਦੀਆਂ ਫੌਜਾਂ, ਉਸ ਦੇ ਜਰਨੈਲ ਦਾ ਵੀ ਕੋਈ ਜ਼ੋਰ ਨਹੀਂ ਚੱਲਦਾ। ਤੁਸੀਂ ਕਦੀ ਦੇਖਿਆ ਹੋਵੇਗਾ ਕਿ ਕੋਈ ਚੰਗਾ ਕਰਮ ਉੱਤੇ ਆਵੇ, ਅੰਮ੍ਰਿਤ ਵੇਲਾ ਬਣ ਜਾਂਦਾ ਹੈ, ਪਰ ਕੁਝ ਸਮੇਂ ਬਾਅਦ ਹੀ ਕਦੀ ਉੱਠਿਆ ਨਹੀਂ ਜਾਵੇਗਾ ਅਤੇ ਕਦੀ ਨਾਗਾ ਪੈ ਜਾਵੇਗਾ, ਜਾਂ ਕਿਸੇ ਮਨਮੁਖ ਦਾ ਸੰਗ ਘੇਰ ਕੇ ਲੈ ਜਾਵੇਗਾ। ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੋਵੇਗਾ, ਮਨ ਕਹੇਗਾ ਸੌਂ ਜਾ। ਕਿੱਥੇ ਤਾਂ ਅੰਮ੍ਰਿਤ ਵੇਲੇ ਅੰਮ੍ਰਿਤ ਵਰਗਾ ਰਸ ਲੈਂਦੇ ਹੋਵੋਗੇ, ਅਤੇ ਕਿਧਰੇ ਕਲਯੁਗ ਇੰਨਾ ਜ਼ਿਆਦਾ ਹਾਵੀ ਹੋ ਜਾਂਦਾ ਹੈ ਕਿ ਕਹਿੰਦਾ ਹੈ ਸੌਂ ਜਾ। ਕਈ ਵਾਰ ਸਾਡੇ ਨਾਲ ਐਸਾ ਬੀਤਦਾ ਹੈ, ਜਦੋਂ ਸਮਾਂ ਤਾਂ ਅੰਮ੍ਰਿਤ ਪੀਣ ਦਾ ਹੁੰਦਾ ਹੈ, ਪਰ ਨੀਂਦਰ ਬਹੁਤ ਜ਼ੋਰ ਪਾ ਦਿੰਦੀ ਹੈ। ਮਨੁੱਖ ਬਹੁਤ ਕੋਸ਼ਿਸ਼ ਕਰਦਾ ਹੈ ਕਿ ਅੰਮ੍ਰਿਤ ਵੇਲਾ ਬਣ ਜਾਵੇ, ਪਰ ਨਹੀਂ ਬਣਦਾ। ਆਮ ਕਰਕੇ ਹੀ ਅਲਾਰਮ ਵੀ ਲਾਉਂਦੇ ਹਾਂ, ਇੱਕ ਨਹੀਂ 2-2, 3-3 ਘੜੀਆਂ 'ਤੇ ਵੀ ਅਲਾਰਮ ਵੱਜਦਾ ਹੈ, ਪਰ ਨੀਂਦ ਇੰਨਾ ਜ਼ਿਆਦਾ ਜ਼ੋਰ ਪਾ ਦਿੰਦੀ ਹੈ ਕਿ ਵੱਸ ਹੀ ਨਹੀਂ ਚੱਲਦਾ। ਅਲਾਰਮ ਬੰਦ ਕਰਕੇ ਫਿਰ ਸੌ ਜਾਂਦੇ ਹਾਂ, ਭਾਵ ਕਲਯੁਗ ਜ਼ੋਰ ਪਾਉਂਦਾ ਹੈ, ਉੱਠਣ ਨਹੀਂ ਦਿੰਦਾ। ਇੱਕ ਵਾਰ ਕਲਯੁਗ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ ਅਤੇ ਕਹਿਣ ਲੱਗਾ ਕਿ ਮੇਰੇ ਕੋਲੋਂ ਹੀਰੇ, ਮੋਤੀ, ਜਵਾਹਰਾਤ ਲੈ ਲਵੋ, ਇਹ ਅੰਮ੍ਰਿਤ ਵੇਲੇ ਦੀ ਗੁਰਬਾਣੀ ਨਾ ਪੜ੍ਹੋ ਅਤੇ ਨਾ ਪੜ੍ਹਾਓ। ਅਤੇ ਕੋਲ ਖੜ੍ਹੇ ਸੀ ਭਾਈ ਮਰਦਾਨਾ ਜੀ, ਕਲਯੁਗ ਨੂੰ ਪੁੱਛਣ ਲੱਗੇ, ਮੈਨੂੰ ਇੱਕ ਗੱਲ ਦੱਸ, ਇਹ ਜਿਹੜੀ ਤੂੰ ਆਪਣੇ ਉੱਪਰ ਚਾਦਰ ਲਈ ਹੈ, ਉਹ ਤਾਂ ਸਾਰੀ ਛੇਕੋ ਛੇਕ ਹੈ, ਤੇਰੇ ਕੋਲ ਤਾਂ ਆਪਣੇ ਉੱਤੇ ਲੈਣ ਲਈ ਕੋਈ ਚੰਗਾ ਕੱਪੜਾ ਵੀ ਨਹੀਂ ਹੈ, ਅਤੇ ਤੂੰ ਸਾਨੂੰ ਹੀਰੇ ਮੋਤੀ ਦੇਣ ਦੀਆਂ ਗੱਲਾਂ ਕਰਦਾ ਪਿਆ ਹੈ। ਕਲਯੁਗ ਕਹਿਣ ਲੱਗਾ, ਇਹ ਵੀ ਤੇਰੇ ਨਾਨਕ ਦਾ ਹੀ ਕੀਤਾ ਹੋਇਆ ਹੈ। ਭਾਈ ਮਰਦਾਨਾ ਜੀ ਕਹਿੰਦੇ ਕਿ ਮੇਰਾ ਗੁਰੂ ਨਾਨਕ ਤਾਂ ਅੰਮ੍ਰਿਤ ਵੰਡਦਾ ਹੈ। ਕਲਯੁਗ ਕਹਿਣ ਲੱਗਾ, ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਣ ਲੱਗਦੇ ਹਨ, ਮੈਂ ਉਹਨਾਂ ਉੱਤੇ ਆਪਣੀ ਆਲਸ ਰੂਪੀ ਚਾਦਰ ਪਾ ਦਿੰਦਾ ਹਾਂ। ਜਿਹੜੇ ਤਾਂ ਹੁੰਦੇ ਹਨ ਕੱਚੇ, ਉਹ ਤਾਂ ਇਸ ਚਾਦਰ ਦੀ ਲਪੇਟ ਵਿੱਚ ਸੁੱਤੇ ਰਹਿ ਜਾਂਦੇ ਹਨ, ਅਤੇ ਜਿਹੜੇ ਹੁੰਦੇ ਹਨ ਪੱਕੇ, ਉਹ ਲੱਤਾਂ ਮਾਰ ਕੇ ਆਲਸ ਦੀ ਚਾਦਰ ਨੂੰ ਪਰਾਂ ਸੁੱਟ ਦਿੰਦੇ ਹਨ ਅਤੇ ਇਸ਼ਨਾਨ ਕਰਕੇ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੇ ਹਨ। ਉਹਨਾਂ ਨੇ ਲੱਤਾਂ ਮਾਰ ਮਾਰ ਕੇ ਮੇਰੀ ਚਾਦਰ ਛੇਕੋ ਛੇਕ ਕਰ ਦਿੱਤੀ ਹੈ, ਭਾਵ ਕਿ ਰੋਕਦਾ ਹੈ ਕਲਯੁਗ। ਸੰਗਤ ਜੀ,
ਅੰਮ੍ਰਿਤ ਵੇਲੇ ਦੇ ਤੇ ਕਲਯੁਗ ਦੇ ਭਿਆਨਕ ਸਮੇਂ ਦੇ ਨਾਲ ਸੰਬੰਧਿਤ ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਇਤਿਹਾਸ ਵਿੱਚੋਂ ਇੱਕ ਬੜੀ ਅਨੋਖੀ ਸਾਖੀ ਮਿਲਦੀ ਹੈ। ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ 12:15 ਵਜੇ ਉੱਠਣਾ, ਜਪ ਤਪ ਕਰਨਾ, ਆਪ ਵੀ ਜੁੜਨਾ ਤੇ ਦੁਨੀਆ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੋੜਨਾ, ਪਰ ਕਲਯੁਗ ਕੋਲੋਂ ਬਰਦਾਸ਼ਤ ਨਾ ਹੋਇਆ। ਬਾਬਾ ਜੀ ਇੱਕ ਵਾਰ ਨਾਨਕਸਰ ਕਲੇਰਾਂ ਵਿਖੇ, ਜਿੱਥੇ ਹੁਣ ਸਰੋਵਰ ਬਣਿਆ ਹੋਇਆ ਹੈ, ਉਸ ਵਕਤ ਸੰਗਤ ਜੀ ਉੱਥੇ ਜੰਗਲ ਬੀਆਬਾਨ ਸੀ, ਵੱਡੇ ਵੱਡੇ ਦਰਖਤ ਸਨ, ਸੁੰਨਸਾਨ ਜਗ੍ਹਾ ਸੀ। ਇਹ ਤਾਂ ਬਾਅਦ ਵਿੱਚ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਗਰੀਬ ਨਵਾਜ਼ ਜੀ ਨੇ ਜੰਗਲ ਨੂੰ ਮੰਗਲਮਈ ਕੀਤਾ, ਸਰੋਵਰ ਤਿਆਰ ਕਰਵਾਇਆ, ਸੁੰਦਰ ਸਥਾਨ ਬਣਾਏ ਹਨ। ਉੱਥੇ ਬਾਬਾ ਜੀ ਤਪ ਕਰ ਰਹੇ ਸਨ। ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਸੇਵਕ ਦੇ ਕੋਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੇ ਸਨ। ਬਾਬਾ ਜੀ ਇੱਕ ਚੌਂਕੜੀ ਦੇ ਵਿੱਚ 5 ਪਾਠ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਰਵਣ ਕਰਦੇ ਸਨ। ਸੰਗਤ ਜੀ ਉੱਥੇ ਕੀ ਕੌਤਕ ਵਾਪਰਿਆ, ਇੱਕ ਬੜੀ ਭਿਆਨਕ ਸ਼ਕਲ ਦਾ ਜੀਵ ਬਾਬਾ ਜੀ ਦੇ ਸਾਹਮਣੇ ਆ ਖਲੋਤਾ। ਮਹਾਂਪੁਰਖਾਂ ਨੇ ਨੇਤਰ ਖੋਲੇ ਤੇ ਪੁੱਛਿਆ, ਭਈ ਤੂੰ ਕੌਣ ਹੈ? ਉਹ ਭਿਆਨਕ ਸੂਰਤ ਦਾ ਜੀਵ ਆਖਣ ਲੱਗਾ, ਮੈਂ ਕਲਯੁਗ ਹਾਂ, ਜਿਸ ਦਾ ਸਾਰੀ ਸ੍ਰਿਸ਼ਟੀ ਤੇ ਰਾਜ ਚੱਲਦਾ ਹੈ। ਬਾਬਾ ਜੀ ਕਹਿੰਦੇ, ਫਿਰ ਅਸੀਂ ਕੀ ਕਰੀਏ? ਅਸੀਂ ਤਾਂ ਤੈਨੂੰ ਨਹੀਂ ਬੁਲਾਇਆ, ਇੱਥੇ ਸਾਡੇ ਕੋਲ ਕੀ ਲੈਣ ਆਇਆ ਹੈ? ਕਲਯੁਗ ਕਹਿੰਦਾ, ਮੈਂ ਤੁਹਾਡੇ ਤੋਂ ਬੜਾ ਦੁਖੀ ਹਾਂ। ਬਾਬਾ ਜੀ ਕਹਿੰਦੇ, ਅਸੀਂ ਤੈਨੂੰ ਅਜਿਹਾ ਕਿਹੜਾ ਦੁੱਖ ਦਿੱਤਾ ਹੈ? ਅਸੀਂ ਤਾਂ ਇੱਥੇ ਸਤਿਗੁਰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਹਾਂ, ਭਜਨ ਬੰਦਗੀ ਕਰ ਰਹੇ ਹਾਂ। ਕਲਯੁਗ ਕਹਿੰਦਾ, ਮੈਂ ਉਹਨਾਂ ਸਾਰਿਆਂ ਤੋਂ ਹੀ ਦੁਖੀ ਹਾਂ ਜੋ ਨਾਮ ਜਪਦੇ ਤੇ ਜਪਾਉਂਦੇ ਹਨ। ਮੇਰਾ ਰਾਜ ਹੈ, ਮੇਰੇ ਰਾਜ ਵਿੱਚ ਤਾਂ ਕਾਮ ਵਾਸ਼ਨਾਵਾਂ ਦੀਆਂ ਲਹਿਰਾਂ ਚੱਲਣੀਆਂ ਚਾਹੀਦੀਆਂ ਹਨ, ਮਾਸ ਸ਼ਰਾਬ ਦੇ ਦੌਰ ਚੱਲਣੇ ਚਾਹੀਦੇ ਹਨ, ਤੇ ਤੁਸੀਂ ਨਾਮ ਦਾ ਆਵਾਜ਼ਾ ਦੇ ਰਹੇ ਹੋ। ਇਹੀ ਮੇਰੇ ਲਈ ਸਭ ਤੋਂ ਵੱਡਾ ਦੁੱਖ ਹੈ। ਸੰਗਤ ਸੀ, ਫਿਰ ਬਾਬਾ ਜੀ ਨੇ ਗੁਰਬਾਣੀ ਦੀ ਪੰਕਤੀ ਪੜ੍ਹੀ, ਕਬੀਰ ਸੰਤ ਨਾ ਛਾੜੇ ਸੰਤਈ, ਜੋ ਕੋਟਿਕ ਮਿਲੇ ਅਸੰਤ। ਬਾਬਾ ਜੀ ਕਹਿੰਦੇ ਹਨ, ਤੇਰੇ ਵਰਗੇ ਹਜ਼ਾਰਾਂ ਕਲਯੁਗ ਵੀ ਆ ਜਾਣ, ਅਸੀਂ ਇਹ ਰਸਤਾ ਨਹੀਂ ਛੱਡਣਾ। ਜਦੋਂ ਇਹ ਜਵਾਬ ਸੁਣਿਆ ਤਾਂ ਕਲਯੁਗ ਦੀਆਂ ਅੱਖਾਂ ਲਾਲ, ਗੁੱਸੇ 'ਚ ਅੱਗ ਬਬੂਲਾ, ਹੱਥ ਨਪੀੜਦਾ, ਮੁੱਠੀਆਂ ਨਪੀੜਦਾ ਹੋਇਆ ਕਹਿਣ ਲੱਗਾ, ਵਕਾਰ ਤਾਂ ਮੈਂ ਤੁਹਾਡਾ ਬਹੁਤ ਕੁਝ ਸਕਦਾ ਹਾਂ, ਪਰ ਇੱਥੇ ਇਹ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ, ਇਸ 'ਤੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ। ਬਾਬਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਕਿ ਚੰਗਾ ਕੀਤਾ ਕਿ ਆਪਣੀ ਕਮਜ਼ੋਰੀ ਤਾਂ ਤੂੰ ਆਪ ਹੀ ਦੱਸ ਦਿੱਤੀ ਹੈ, ਆਪਣੀ ਬਿਮਾਰੀ ਦਾ ਇਲਾਜ ਆਪੇ ਹੀ ਤੂੰ ਸਾਨੂੰ ਦੱਸ ਦਿੱਤਾ ਹੈ। ਜੇ ਤੂੰ ਸੁਖਮਨੀ ਸਾਹਿਬ ਤੋਂ ਇੰਨਾ ਡਰਦਾ ਹੈ, ਅਸੀਂ ਅੱਗੇ 5 ਪਾਠ ਸੁਣਦੇ ਸਾਂ, ਹੁਣ 24 ਘੰਟੇ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਚੱਲੇਗਾ, ਕਦੀ ਭੋਗ ਨਹੀਂ ਪਵੇਗਾ। ਸੰਗਤ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕਸਰ ਜਿੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਨਿਰੰਤਰ ਹੀ ਚੱਲ ਰਹੇ ਹਨ। ਹੁਣ ਆਪੇ ਹੀ ਸੰਗਤ ਜੀ ਤੁਸੀਂ ਅੰਦਾਜ਼ਾ ਲਗਾ ਲਵੋ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਦਾ, ਜਿਸ ਦਾ ਰਾਜ ਹੈ, ਉਸ ਦਾ ਵੀ ਇਸ ਮਹਾਨ ਬਾਣੀ ਦੇ ਅੱਗੇ ਵਸ ਨਹੀਂ ਚੱਲਦਾ। ਇਹ ਜੋ ਘੋਰ ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਇਸ ਨਾਲ ਦੁਨੀਆ ਕਦੋਂ ਦੀ ਬਰਬਾਦ ਹੋ ਗਈ ਹੋਵੇ। ਇਸ ਸੜਦੇ ਬਲਦੇ ਸੰਸਾਰ ਵਿੱਚ ਜੇਕਰ ਨੌ ਜਿੰਨੀ ਮਰਿਆਦਾ ਕਾਇਮ ਹੈ, ਇਹ ਸੰਸਾਰ ਜੇਕਰ ਪਰਲੋ ਤੋਂ ਬਚਿਆ ਹੈ, ਤਾਂ ਉਹ ਕੇਵਲ ਮਹਾਂਪੁਰਖਾਂ ਦੀਆਂ ਕਮਾਈਆਂ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪ੍ਰਵਾਹਾਂ ਸਦਕਾ। ਸੰਗਤ ਜੀ ਤੁਸੀਂ ਆਪ ਵੀ ਇਹ ਗੱਲ ਨੂੰ ਪਰਖਿਆ ਹੋਵੇਗਾ ਕਿ ਜਦੋਂ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਤੁਸੀਂ ਪੜ੍ਹੋਗੇ, ਨੀਂਦਰ ਬਹੁਤ ਜ਼ਿਆਦਾ ਜ਼ੋਰ ਪਾਵੇਗੀ, ਕਿਉਂਕਿ ਸੁਖਮਨੀ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ, ਉਹ ਕਲਯੁਗ ਦਾ ਰਾਜ ਨਹੀਂ ਚੱਲਣ ਦਿੰਦੀ। ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਇੰਨੀ ਤਾਕਤ ਭਰੀ ਹੈ ਕਿ ਕਲਯੁਗ ਕਹਿੰਦਾ ਹੈ, ਕਿਧਰੇ ਇਹ ਕਿਸੇ ਦੇ ਹਿਰਦੇ ਵਿੱਚ ਨਾ ਵਸ ਜਾਵੇ। ਪੂਰੀਆਂ ਫੌਜਾਂ ਭੇਜ ਕੇ ਜ਼ੋਰ ਲਗਾਉਂਦਾ ਹੈ, ਇਸ ਬਾਣੀ ਤੋਂ ਡਰਦਾ ਹੈ ਕਲਯੁਗ ਕਿ ਜੇ ਇਹ ਵਸ ਗਈ ਸਿੱਖ ਦੇ ਅੰਦਰ ਤਾਂ ਮੇਰੀਆਂ ਤਾਂ ਜੜ੍ਹਾਂ ਉਖੜ ਜਾਣੀਆਂ ਹਨ। ਖਾਸ ਸੰਗਤ ਜੀ, ਜਗਤ ਵਿੱਚ ਝੂਠ ਦਾ ਪਸਾਰਾ ਹਰ ਪਾਸੇ ਹੈ, ਸੰਸਾਰ ਜਲ ਰਿਹਾ ਹੈ। ਟੀਵੀ ਦਾ ਜ਼ੋਰ, ਨੀਂਦਰ ਦਾ ਜ਼ੋਰ, ਈਰਖਾ, ਚੁਗਲੀ, ਦਵੈਸ਼ ਸਭ ਪਾਸੇ ਛਾਈ ਹੋਈ ਹੈ। ਇੱਕ ਕਮਰੇ ਵਿੱਚ ਅੱਗ ਲੱਗੀ ਹੋਵੇ ਤੇ ਕੋਈ ਕਹੇ ਉਸ ਕਮਰੇ ਵਿੱਚੋਂ ਲੰਘ ਕੇ ਦੂਸਰੇ ਕਮਰੇ ਵਿੱਚ ਜਾਣਾ ਹੈ ਤੇ ਸੇਕ ਵੀ ਨਾ ਲੱਗੇ, ਇਹ ਬਹੁਤ ਔਖੀ ਗੱਲ ਹੈ। ਭਾਵ ਕੋਈ ਕਹੇ ਕਿ ਮੇਰੀ ਅਖੀਰਲੇ ਸਵਾਸਾਂ ਤੱਕ ਗੁਰੂ ਦੇ ਚਰਨਾਂ ਨਾਲ ਨਿਭ ਜਾਵੇ, ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜਿਆ, ਨਾਮ ਨਾਲ ਜੁੜਿਆ, ਗੁਰਸਿੱਖੀ ਨਾਲ ਜੁੜਿਆ ਬੀਤ ਜਾਵੇ,
ਇਹ ਹੈ ਦੂਜੇ ਕਮਰੇ ਵਿੱਚ ਜਾਣਾ। ਗੁਰੂ ਅਮਰਦਾਸ ਪਾਤਸ਼ਾਹ ਜੀ ਬਾਣੀ ਵਿੱਚ ਲਿਖਦੇ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਸੰਗਤ ਜੀ, ਘਰ ਵਿੱਚ ਕੱਜਲ, ਅੱਖਾਂ ਵਿੱਚ ਪਾਉਣ ਵਾਲਾ ਸੁਰਮਾ ਪਿਆ ਹੋਵੇ, ਕਿਧਰੇ ਡੁੱਲ ਜਾਵੇ, ਤੁਸੀਂ ਕਹੋ ਇਸ ਨੂੰ ਇਕੱਠਾ ਕਰਨਾ ਹੈ ਤੇ ਹੱਥ ਵੀ ਨਾਲ ਲਿਬੜੇ, ਐਸਾ ਨਹੀਂ ਹੋ ਸਕਦਾ। ਹੱਥ ਬਦੋ ਬਦੀ ਲਿਬੜ ਜਾਂਦੇ ਹਨ, ਕਿਧਰੇ ਨਾ ਕਿਧਰੇ ਕਾਲਖ ਲੱਗ ਹੀ ਜਾਂਦੀ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਜੱਗ ਕਾਜਲ ਦੀ ਕੋਠੜੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਇਸ ਵਿੱਚ ਵਿਚਰਨਾ ਕਾਜਲ ਦੀ ਕੋਠੜੀ ਵਿੱਚ ਵਿਚਰਨਾ ਹੈ। ਨਾਲ ਹੀ ਕਹਿੰਦੇ ਹਨ, ਚਾਨਣਾ ਵੀ ਨਹੀਂ ਹੈ ਵੀ ਹਨੇਰਾ। ਕਿਧਰੇ ਹਨੇਰੇ 'ਚ ਸੁਰਮਾ ਇਕੱਠਾ ਕਰਨਾ ਹੋਵੇ ਤਾਂ ਕਹੇ ਦਾਗ ਨਾ ਲੱਗੇ, ਹੋਰ ਵੀ ਔਖੀ ਗੱਲ ਹੈ। ਚਾਨਣ ਹੋਵੇ ਤਾਂ ਥੋੜ੍ਹਾ ਧਿਆਨ ਵੀ ਰੱਖਿਆ ਜਾ ਸਕਦਾ ਹੈ। ਸੰਗਤ ਜੀ, ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਹਨੇਰੇ ਵਾਲਾ ਖੂਹ ਆਖਿਆ ਹੈ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਅੰਧ ਦਾ ਅਰਥ ਹੈ ਹਨੇਰਾ, ਕੂਪ ਦਾ ਅਰਥ ਹੈ ਖੂਹ। ਰਸਤੇ ਵਿੱਚ ਖੂਹ ਹੀ ਖੂਹ ਹੋਣ ਤੇ ਹੋਵੇ ਹਨੇਰਾ ਹੀ ਹਨੇਰਾ, ਬਚ ਕੇ ਚੱਲਣਾ ਬਹੁਤ ਔਖਾ ਹੈ। ਸੰਸਾਰ ਇਹੋ ਜਿਹਾ ਹੀ ਹੈ ਸੰਗਤ ਜੀ, ਕਿਧਰੇ ਤੇ ਟੀਵੀ ਵੀ ਨਹੀਂ ਛੱਡਦਾ, ਕਿਧਰੇ ਵਕਾਰ ਨਹੀਂ ਛੱਡਦੇ। ਕਦੀ ਐਸੀਆਂ ਹਨੇਰੀਆਂ ਅੰਦਰ ਚੱਲਣ ਲੱਗ ਜਾਂਦੀਆਂ ਹਨ, ਐਸੇ ਖਿਆਲ ਮਨ ਵਿੱਚ ਪ੍ਰਗਟ ਹੋ ਜਾਂਦੇ ਹਨ ਜਿਹੜੇ ਗੁਰੂ ਨੂੰ ਨਹੀਂ ਚੰਗੇ ਲੱਗਦੇ। ਕਦੀ ਕੋਈ ਲਹਿਰ ਦਿਮਾਗ 'ਤੇ ਐਸਾ ਦਬਾ ਦਿੰਦੀ ਹੈ ਕਿ ਜੁੜਿਆ ਹੋਇਆ ਮਨ ਵੀ ਟੁੱਟ ਜਾਂਦਾ ਹੈ। ਨਾਮਦੇਵ ਜੀ ਕਿੰਨੇ ਵੱਡੇ ਭਗਤ, 72 ਵਾਰ ਦਰਸ਼ਨ ਹੋਏ ਭਗਵਾਨ ਦੇ, ਕਿੰਨੀ ਵੱਡੀ ਭਗਤੀ, ਫਿਰ ਵੀ ਕਹਿੰਦੇ ਹਨ, ਤਾਰ ਲੈ ਬਾਪ ਬੀਠ ਲਾ। ਭਗਤ ਨਾਮਦੇਵ ਜੀ ਕਹਿੰਦੇ ਹਨ, ਹੇ ਭਗਵਾਨ, ਮੈਂ ਤੇਰਾ ਨਾਮ ਤਾਂ ਜਪਦਾ ਹਾਂ, ਪਰ ਕਈ ਲਹਿਰਾਂ ਆਉਂਦੀਆਂ ਹਨ। ਕਦੀ ਲੋਭ ਦੀ ਲਹਿਰ, ਕਦੀ ਮੈਂ ਦੀ ਲਹਿਰ, ਹਉਮੈ ਦੀ ਲਹਿਰ, ਕਦੀ ਕੋਈ ਤੇ ਕਦੀ ਕੋਈ। ਕਲਯੁਗ ਦਾ ਸਮਾਂ ਹੈ, ਲਹਿਰਾਂ ਬੜੀਆਂ ਤਗੜੀਆਂ ਨੇ, ਪਤਾ ਨਹੀਂ ਕਿਹੜੇ ਵੇਲੇ ਕਿਹੜੀ ਲਹਿਰ ਡੋਬ ਕੇ ਲੈ ਜਾਵੇ। ਭਾਵ ਕਿ ਬਹੁਤ ਔਖਾ ਹੈ ਸੰਗਤ ਜੀ, ਕਲਯੁਗ ਦੇ ਭਿਆਨਕ ਸਮੇਂ ਵਿੱਚ ਅਖੀਰਲੇ ਸਵਾਸਾਂ ਤੱਕ ਇਹਨਾਂ ਚੀਜ਼ਾਂ ਤੋਂ ਬਚ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਨਿਭਾਉਣੇ। ਸੰਗਤ ਜੀ, ਸੋਚਿਆ ਕਰੋ ਗਹਿਰਾਈ ਵਿੱਚ ਜਾ ਕੇ, ਜਦੋਂ ਗਹਿਰਾਈ ਵਿੱਚ ਜਾਓਗੇ ਤਾਂ ਕਹੋਗੇ ਕਿ ਵਾਕਈ ਪਤਾ ਨਹੀਂ ਇਸ ਕਲਯੁਗ ਦੇ ਰਾਜ ਵਿੱਚ ਕਿਹੜੇ ਵੇਲੇ ਕੋਈ ਲਹਿਰ ਸਾਡਾ ਵੀ ਦਿਮਾਗ ਖਰਾਬ ਕਰ ਦੇਵੇ, ਕਿਸੇ ਮਨਮੁਖ ਦਾ ਸੰਗ ਸਾਨੂੰ ਘੇਰ ਕੇ ਲੈ ਜਾਵੇ, ਦੁਨੀਆ ਦੇ ਝੂਠੇ ਪਰ ਮਨਮੋਹਕ ਰੰਗ ਸਾਨੂੰ ਆਪਣੇ ਵੱਲ ਖਿੱਚ ਕੇ ਲੈ ਜਾਣ। ਕਿਉਂਕਿ ਸੰਗਤ ਜੀ, ਝੂਠ ਦਾ ਪਸਾਰਾ ਬਹੁਤ ਜ਼ਿਆਦਾ ਹੈ, ਸੱਚੇ ਬੰਦੇ ਦਾ ਚੱਲਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਇਸ ਕਲਯੁਗ ਦੇ ਘੋਰ ਸਮੇਂ ਵਿੱਚ ਤੱਤੀਆਂ ਹਨੇਰੀਆਂ ਤੇ ਵਗਦੀਆਂ ਲਹਿਰਾਂ ਤੋਂ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੀ ਰਾਖੀ ਕਰਦੀ ਹੈ। ਕਿਤਨੀ ਕੁ ਤਾਕਤ ਭਰੀ ਹੈ ਸਤਿਗੁਰ ਜੀ ਨੇ ਇਸ ਪਵਿੱਤਰ ਬਾਣੀ ਵਿੱਚ। ਜੇ ਤੁਹਾਡੇ ਪੱਲੇ ਸੁਖਮਨੀ ਸਾਹਿਬ ਜੀ ਦਾ ਧਨ ਹੈ, ਫਿਰ ਕਲਯੁਗ ਤੁਹਾਡੇ 'ਤੇ ਹਾਵੀ ਨਹੀਂ ਹੋ ਸਕੇਗਾ। ਇਹ ਦੁਨੀਆ ਦੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਣਗੇ। ਅਸਲੀ ਉਹੀ ਹੈ ਜਿਸ ਦੀ ਅਖੀਰਲੇ ਸਵਾਸਾਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਨਿਭ ਜਾਵੇ। ਜਿਉਣਾ ਤਾਂ ਉਸਦਾ ਹੈ, ਬੜਿਆਂ ਨੂੰ ਦੇਖੀਦਾ ਹੈ, ਕਈ ਵਾਰ ਬੜਾ ਚਾਅ ਚੜ੍ਹਦਾ ਹੈ ਅੰਮ੍ਰਿਤ ਵੇਲੇ ਜਾਗਣ ਦਾ, ਬਾਣੀ ਪੜ੍ਹਨ ਦਾ, ਗੁਰਦੁਆਰੇ ਜਾਣ ਦਾ, ਅੰਮ੍ਰਿਤ ਛਕ ਕੇ ਗੁਰੂ ਦੇ ਸਿੱਖ ਸੱਜਣ ਦਾ। ਪਰ ਆਮ ਦੇਖਣ ਵਿੱਚ ਆਉਂਦਾ ਹੈ ਕਿ ਕਈਆਂ ਦਾ 6 ਮਹੀਨੇ, ਸਾਲ ਬਾਅਦ ਜਾਂ 2 ਸਾਲ ਬਾਅਦ ਸਾਰਾ ਚਾਅ ਠੰਡਾ ਹੋ ਜਾਂਦਾ ਹੈ। ਫਿਰ ਜ਼ਿੰਦਗੀ ਕਿੱਥੇ ਦੀ ਕਿੱਥੇ ਨਰਕ 'ਚ ਗਰਕ ਹੋ ਜਾਂਦੀ ਹੈ। ਕਲਯੁਗ ਐਸਾ ਪ੍ਰਭਾਵ ਪਾਉਂਦਾ ਹੈ, ਅੰਮ੍ਰਿਤ ਵੇਲਾ ਵੀ ਟੁੱਟ ਜਾਂਦਾ ਹੈ, ਗੁਰਸਿੱਖੀ ਜੀਵਨ ਵੀ ਨਹੀਂ ਰਹਿੰਦਾ। ਦੂਜੀ ਬਹੁ ਗਿਣਤੀ ਘੇਰ ਕੇ ਲੈ ਜਾਂਦੀ ਹੈ। ਜੇ ਸੁਖਮਨੀ ਸਾਹਿਬ ਜੀ ਦਾ ਲੜ ਫੜੋਗੇ, ਫਿਰ ਅੱਗੇ ਵਧਦੇ ਜਾਓਗੇ। ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਸੁਖਮਨੀ ਸਾਹਿਬ ਜੀ ਦੀ ਪਹਿਰਾ ਲਗਾ ਕੇ ਰੱਖੋ, ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਲਾ ਕੇ ਰੱਖੋ। ਆਪਣੇ ਬੱਚਿਆਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਓ। ਘਰਾਂ ਵਿੱਚ ਭੈਣਾਂ ਨੇ ਜਾਂ ਵੀਰਾਂ ਕੋਲ ਜਦੋਂ ਵੀ ਟਾਈਮ ਮਿਲੇ ਸੁਖਮਨੀ ਸਾਹਿਬ ਜੀ ਦਾ ਜਾਪ ਕਰੋ, ਗੁਰੂ ਘਰਾਂ ਦੀ ਦਰਸ਼ਨ ਕਰੋ, ਪੱਕੇ ਸਿੱਖ ਬਣੋ। ਸੰਗਤ ਜੀ, ਇੱਥੇ ਇਹ ਸਾਡੀ ਸਾਖੀ ਸਮਾਪਤ ਹੁੰਦੀ ਹੈ। ਆਪ ਜੀ ਦੇ ਨਾਲ ਸਾਖੀ ਸਾਂਝੀ ਕਰਦੇ ਹਾਂ। ਦਾਸ ਤੋਂ ਕੋਈ ਭੁੱਲ ਹੋ ਗਈ, ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾफ़ੀ ਮੰਗਦੇ ਹਾਂ। ਗੁਰੂ ਜੀ ਕੀ ਪਿਆਰੀ ਸੰਗਤ ਬਖਸ਼ਣਹਾਰ ਹੈ, ਬਖਸ਼ਣਯੋਗ ਹੈ। ਸੰਗਤ ਜੀ, ਦਾਸ ਨੂੰ ਮਾफ़ ਕਰ ਦੇਣਾ। ਅਤੇ ਇੱਕ ਗੱਲ ਹੋਰ, ਜਿਨ੍ਹਾਂ ਨੇ ਵੀ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦਾ ਜਾਪ ਹਜੇ ਨਹੀਂ ਸ਼ੁਰੂ ਕੀਤਾ, ਕਰਨਾ ਸ਼ੁਰੂ ਕਰ ਦਿਓ। ਅਤੇ ਤੁਸੀਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਲਿਖੀ ਹੋਈ ਪੁਸਤਕ 9 ਵਿਸ਼ੇਸ਼ਤਾਵਾਂ ਸ੍ਰੀ ਸੁਖਮਨੀ ਸਾਹਿਬ,
ਜ਼ਰੂਰ ਪੜ੍ਹੋ ਸੰਗਤ ਜੀ। ਜਦੋਂ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਨੰਦ ਆਵੇਗਾ, ਬਹੁਤ ਗੁਰਬਾਣੀ 'ਤੇ ਤੁਹਾਡਾ ਵਿਸ਼ਵਾਸ ਵਧੇਗਾ। ਸੰਗਤ ਜੀ, ਦੋਵੇਂ ਹੱਥ ਜੋੜ ਕੇ ਗੁਰੂ ਫਤਿਹ ਜੀ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।